एक मिनट एक मिनट जी भाई हाथ पीछे करो। ਕਾਫੀ ਜ਼ਿਆਦਾ ਫਿਜ਼ੀਓ ਜਦੋਂ ਨਿਕਲਦੇ ਨੇ ਤਾਂ ਇੰਨਾ ਜ਼ਿਆਦਾ ਪੜ੍ਹਾਈ ਤੇ ਇੰਨਾ ਜ਼ਿਆਦਾ ਤਾਂ ਇਹ ਕਾਫੀ ਜ਼ਿਆਦਾ ਡਿਸਕਰੇਜਿੰਗ ਲੱਗਦਾ ਹੈ, ਖਾਸ ਕਰਕੇ ਬॉयਜ਼ ਨੂੰ ਤੇ ਜ਼ਿਆਦਾ ਹੀ ਲੱਗਣ ਲੱਗੀ ਹੈ। एक्चुअली जो चैरिटेबल सेक्टर है ना, जो मैं सोचता हूँ कि ये अगर 20-30 रुपये लगती है तो पूरा नॉर्मल पेशेंट है पूरा खराब है। ਮੈਂ ਵੀ ਚੈਰੀਟੇਬਲ ਸੈਂਟਰ 'ਚ ਹੀ ਕੰਮ ਕਰ ਰਹੀ ਹਾਂ, ਪਰ ਮੈਂ ਆਪਣੀ ਮੀਟਿੰਗ ਨੂੰ ਰੱਖਾਂਗੀ। आप उन शिवालय आ जहाँ दूसरे 30 रुपये कर रहे हैं। ਨਹੀਂ ਸਰ, ਖਾਲਸਾ ਕਾਲਜ ਵਿੱਚ ਵੀ 50 ਹੀ ਚੱਲ ਰਿਹਾ ਹੈ। Chief guest, Dr. Janjit Singh, and could I request Dr. Vipinਦਰ Sharma from Umar Father to take our chief guest. सर सामने से आइए। Singh, who's a civil surgeon Amritsar. And here we have Dr. Vipinਦਰ Sharma, and he is the president for Indian chapter Punjab chapter of I. देखिए जी इधर I must say one thing, Dr. Suraj is a very good fighter. He faces the challenge. And she's my student, Dr. Rupali. डॉक्टर साहब जो आज फिजियोथेरेपी डे मैं बारे की कहना ਹਾਂਜੀ ਅੱਜ ਵਰਲਡ ਫਿਜ਼ੀਓਥੈਰੇਪੀ ਡੇ ਜਿਹੜਾ ਹੈਗਾ ਉਹ ਮਨਾਇਆ ਗਿਆ ਹੈ। ਇਹ ਜਿਹੜੀ 1950s ਵਿੱਚ ਵਰਲਡ ਫਿਜ਼ੀਓਥੈਰੇਪੀ ਡੇ ਮਨਾਉਣਾ ਸ਼ੁਰੂ ਕੀਤਾ ਗਿਆ ਸੀ ਅਤੇ ਅੱਜ ਡਾਕਟਰ ਜਤਿੰਦਰ ਸ਼ਰਮਾ ਜਿਹੜੇ ਸਾਡੇ ਪੰਜਾਬ ਦੇ ਪ੍ਰੈਜ਼ੀਡੈਂਟ ਨੇ ਉਹ ਸਪੈਸ਼ਲੀ ਆਏ ਹੋਏ ਨੇ। ਬਾਕੀ ਵੀ ਡਾਕਟਰ ਇੱਥੇ ਗੁਰਾਇਆ ਨੇ, ਬਾਬਾ ਜੀ ਨੇ, ਬਾਕੀ ਵੀ ਸਾਰੇ ਫਿਜ਼ੀਓਥੈਰੇਪਿਸਟ ਜਿਹੜੇ ਨੇ ਇੱਥੇ ਅਵੇਲੇਬਲ ਨੇ। ਅਤੇ ਇਹ ਫਿਜ਼ੀਓਥੈਰੇਪੀ ਨੂੰ ਜਿਹੜੀ ਇਹਦੀ ਪ੍ਰਮੋਟ ਕਰਨ ਲਈ ਅਸੀਂ ਕੀ ਐਫਰਟਸ ਕਰ ਸਕਦੀ ਪੰਜਾਬ ਸਰਕਾਰ, ਉਹ ਆਲਰੇਡੀ ਡਿਸਕਸ ਕੀਤਾ ਹੈਗਾ। ਅਤੇ ਜਿਵੇਂ ਦੱਸਿਆ ਕਿ ਸਿਵਲ ਹਸਪੀਟਲ ਵਿੱਚ ਅਸੀਂ ਇੱਕ ਪੂਰਾ ਫੁੱਲ ਫਲੈਜ ਯੂਨਿਟ ਆਲਰੇਡੀ ਫਿਜ਼ੀਓਥੈਰੇਪੀ ਦਾ ਕੰਮ ਕਰ ਰਿਹਾ, ਅਤੇ ਅਸੀਂ ਬਾਕੀ ਵੀ ਸਿਵਲ ਹਸਪਤਾਲਾਂ 'ਚ ਫਿਜ਼ੀਓਥੈਰੇਪੀ ਦੇ ਯੂਨਿਟ ਐਸਟੈਬਲਿਸ਼ ਕਰਨੇ ਜਿਹੜੇ ਹੈਗੇ ਆ ਉਹ ਪੂਰੇ ਉਪਰਾਲੇ ਕਰ ਰਹੇ ਹਾਂ। ਉੱਥੇ ਵੀ ਅਸੀਂ ਆਲਮੋਸਟ ਆਲ ਇਕੁਇਪਮੈਂਟਸ ਜਿਹੜੇ ਸੀਗੇ ਮੈਂ ਸਪੈਸ਼ਲੀ ਮੰਗਵਾਏ, ਅਸੀਂ ਸਿਵਲ ਹਸਪੀਟਲ ਵਿੱਚ ਮੰਗਵਾਏ ਗਏ ਆ। ਅਤੇ ਸਾਰੇ ਪ੍ਰਾਈਵੇਟ ਹਸਪਤਾਲਾਂ ਵਿੱਚ ਬੜਾ ਵਧੀਆ ਜਿਹੜਾ ਫਿਜ਼ੀਓਥੈਰੇਪਿਸਟ ਦਾ ਯੋਗਦਾਨ ਹੈਗਾ। ਅਤੇ ਖਾਸ ਤੌਰ 'ਤੇ ਮੈਂ ਜੇ ਕੋਵਿਡ 'ਚ ਕਹਾਂ, ਮੈਂ ਬਹੁਤ ਥੈਂਕਫੁਲ ਹਾਂ, ਗ੍ਰੇਟਫੁਲ ਹਾਂ ਸਾਰੇ ਫਿਜ਼ੀਓਥੈਰੇਪਿਸਟ ਦਾ ਕਿ ਉਹਨਾਂ ਨੇ ਬਿਲਕੁਲ ਨਿਡਰ ਹੋ ਕੇ ਫਰੰਟ ਲਾਈਨ ਵਰਕਰ ਵਾਂਗੂ ਜਿਹੜਾ ਹੈਗਾ ਬੜਾ ਕੰਮ ਕੀਤਾ, ਅਤੇ ਜਿਹੜੇ ਪੇਸ਼ੈਂਟ ਸੀ ਕੋਵਿਡ ਦੇ ਉਹਨਾਂ ਨੂੰ ਬੜਾ ਵਧੀਆ ਉਹਨਾਂ ਦਾ ਟਰੀਟਮੈਂਟ ਕੀਤਾ। ਸਰ ਫਿਜ਼ੀਓਥੈਰੇਪੀ ਡੇ ਆ ਦੀ ਜਨਤਾ ਨੂੰ ਕੀ ਅਪੀਲ ਕਰਨਾ? ਨਹੀਂ, ਮੇਰੀਆਂ ਜਿਹੜੀ ਹੈਗਾ ਇੱਕ ਤਾਂ ਸ਼ੁਭ ਸ਼ਾਮਾਂ ਨੇ ਸਾਰੇ ਫਿਜ਼ੀਓਥੈਰੇਪਿਸਟ ਨਾਲ, ਅਤੇ ਜਾਂ ਵਾਲੀ ਜਨਤਾ ਨੂੰ ਤੁਹਾਡੇ ਮੀਡੀਅਮ ਜਿਹੜਾ ਹੈਗਾ ਮੀਡੀਆ ਦਾ ਅਪੀਲ ਹੈਗੀ ਆ ਕਿ ਜਦੋਂ ਵੀ ਸਾਨੂੰ ਕੋਈ ਬਿਮਾਰੀ ਆਉਂਦੀ ਹੈ ਅਤੇ ਉਹਦੇ ਵਿੱਚ ਫਿਜ਼ੀਓਥੈਰੇਪਿਸਟ ਦਾ ਬੜਾ ਇੰਪੋਰਟੈਂਟ ਰੋਲ ਹੈਗਾ। ਇਹ ਨਹੀਂ ਕਿ ਇੱਕ ਲਾਈਟ ਸਰਵਿਸ ਹੈਗੀ ਹੈ, ਲੋਕ ਸੋਚਦੇ ਸ਼ਾਇਦ ਜੇ ਲੋੜ ਪਈ ਤਾਂ ਕਰਾ ਲਾਂਗੇ, ਉਹ ਨਹੀਂ। ਇਹ ਬਿਲਕੁਲ ਪਾਰਟ ਐਂਡ ਪਾਰਸਲ ਆ, ਜ਼ਰੂਰੀ ਇਲਾਜ ਦਾ ਇੱਕ ਹਿੱਸਾ ਹੈਗਾ। ਜਿਸ ਤਰ੍ਹਾਂ ਅਸੀਂ ਜੇ ਆਪਰੇਸ਼ਨ ਕਰਾ ਲਿਆ, ਇਹ ਨਹੀਂ ਕਿ ਕੰਮ ਖਤਮ ਹੋ ਗਿਆ। ਉਸ ਤੋਂ ਬਾਅਦ ਜੇ ਫਿਜ਼ੀਓਥੈਰੇਪੀ ਉਸ ਪਾਰਟ ਦੀ ਨਹੀਂ ਹੁੰਦੀ ਅਤੇ 100% ਜਿਹੜੀ ਹੈਗੀ ਆ ਉਹਦਾ ਅਸੀਂ ਜੇ ਕਹਾਂਗੇ ਉਹ ਠੀਕ ਹੋਣ ਦੇ ਚਾਂਸਿਸ ਕਈ ਵਾਰੀ ਪੋਸੀਬਲ ਨਹੀਂ ਹੁੰਦੇ। ਇਸ ਕਰਕੇ ਲੋਕਾਂ ਨੂੰ ਖਾਸ ਤੌਰ 'ਤੇ ਜਿਹੜੇ ਟਰਾਮਾ ਵਾਲੇ ਕੇਸ ਹੈਗੇ ਆ, ਜਿੱਥੇ ਨਿਊਰੋ ਟਰਾਮਾ, ਔਰਥੋ ਟਰਾਮਾ ਹੈਗਾ, ਉਹਦੇ ਵਿੱਚ ਇਹ 100% ਜਿਹੜੀ ਹੈਗਾ ਫਿਜ਼ੀਓਥੈਰੇਪੀ ਦੀ ਜ਼ਰੂਰਤ ਹੈ। ਲੋਕਾਂ ਨੂੰ ਇਹ ਜਿਹੜੀ ਹੈਗੀ ਹੈ ਸਰਵਿਸ ਦਾ ਬੈਨੀਫਿਟ ਲੈਣਾ ਚਾਹੀਦਾ। ਸਰ ਤੀਜੀ ਲਹਿਰ ਨੂੰ ਲੈ ਕੇ ਵੀ ਸਿਵਲ ਸਰਜਨ ਵੱਲੋਂ ਪ੍ਰਬੰਧ ਕੀਤੇ ਗਏ ਨੇ? ਹਾਂ ਬਿਲਕੁਲ, ਤੀਜੀ ਲਹਿਰ ਨੂੰ ਲੈ ਕੇ ਅਸੀਂ ਜਿਸ ਤਰ੍ਹਾਂ ਪਿੱਛੇ ਆਕਸੀਜਨ ਦੀ ਸਾਨੂੰ ਕਮੀ ਆਈ ਸੀ, ਦੂਸਰੀ ਲਹਿਰ ਵਿੱਚ ਆਈ ਸੀ, ਉਹਦੇ ਲਈ ਅਸੀਂ 3 ਪਲਾਂਟ ਆਕਸੀਜਨ ਦੇ ਆਲਰੇਡੀ ਸਿਵਲ ਹਸਪੀਟਲ ਵਿੱਚ, ਬਾਬਾ ਬਕਾਲਾ ਸਿਵਲ ਹਸਪੀਟਲ ਅਜਨਾਲਾ ਅਤੇ ਸਿਵਲ ਅੰਮ੍ਰਿਤਸਰ, 3 ਪਲਾਂਟ ਜਿਹੜੇ ਆਕਸੀਜਨ ਦੇ ਅਸੀਂ ਲਗਾਤੇ ਹੈਗੇ ਆ। ਅਤੇ 200 ਤੋਂ ਉੱਪਰ ਅਸੀਂ ਆਕਸੀਜਨ ਕੰਸਨਟਰੇਟਡ ਜਿਹੜੇ ਆ ਉਹ ਅਸੀਂ ਲਗਾ ਚੁੱਕੇ ਹਾਂ।
ਇਸ ਤੋਂ ਇਲਾਵਾ ਅਸੀਂ ਜਿਹੜੇ ਬੈੱਡ ਕਪੈਸਿਟੀ ਹੈਗੀ ਆ ਉਹ ਆਲਮੋਸਟ 25% ਬੈੱਡ ਕਪੈਸਿਟੀ ਜਿਹੜੀ ਹੈਗੀ ਆ 60 ਪੈਡੀਆਟ੍ਰਿਕਸ ਬੈੱਡ ਅਸੀਂ ਮੈਡੀਕਲ ਕਾਲਜ ਅਰੇਂਜ ਕੀਤੇ ਆ 82 ਬੈੱਡ ਅਸੀਂ ਪ੍ਰਾਈਵੇਟ ਸੈਕਟਰ 'ਚ ਅਰੇਂਜ ਕੀਤੇ ਆ ਅਤੇ 42 ਬੈੱਡ ਅਸੀਂ ਸਿਵਲ ਹਸਪੀਟੈਟਿਕਸ ਦੇ ਜਿਹੜੇ ਹੈਗੇ ਆ ਉਹ ਅਰੇਂਜ ਕੀਤੇ ਆ ਅਤੇ ਅਸੀਂ ਪੂਰੀ ਤਿਆਰੀ ਕਰ ਰਹੇ ਹਾਂ ਅਤੇ ਮੈਨ ਪਾਵਰ ਨੂੰ ਜਿਹੜੇ ਸਾਡੇ ਡਾਕਟਰਸ ਆ JDM ਆ ਨਰਸਿੰਗ ਆ ਉਹਨਾਂ ਦੀ ਟ੍ਰੇਨਿੰਗ ਵੀ ਨਾਲ ਕੋਵਿਡ ਦੀ ਚੱਲ ਰਹੀ ਹੈਗੀ ਆ ਅਤੇ ਕਿਸੇ ਜਦ ਤੱਕ ਜਿਹੜੀ ਹੈਗੀ ਤਰਫੋਂ ਇਸ ਵਿੱਚ ਕਮੀ ਨਾ ਰਹੇ। ਸਰ ਆਪਣਾ ਨਾਮ ਲੈ ਕੇ ਜਿਹੜਾ ਅੱਜ ਫਿਜ਼ੀਓਥੈਰੇਪੀ ਡੇ ਹੈ ਕੀ ਕਹਿਣਾ ਚਾਹੋਗੇ? ਗੁੱਡ ਮਾਰਨਿੰਗ ਐਵਰੀਵਨ। ਅੱਜ ਅਸੀਂ ਵਰਲਡ ਫਿਜ਼ੀਓਥੈਰੇਪੀ ਡੇ ਸੈਲੀਬ੍ਰੇਟ ਕਰ ਰਹੇ ਹਾਂ ਇੱਥੇ ਆਵਾਸ ਹੋਟਲ ਦੇ ਵਿੱਚ, ਅਤੇ ਸਾਡੇ ਵਰਲਡ ਰਿਨਾਊਂਡ ਫਿਜ਼ੀਓਥੈਰੇਪਿਸਟ ਵੀ ਆਏ ਨੇ ਸਾਡੇ ਨਾਲ ਅੱਜ ਅੰਮ੍ਰਿਤਸਰ ਦੇ ਐਂਡ ਓਵਰਆਲ ਪੰਜਾਬ ਤੋਂ ਵੀ ਇੱਥੇ ਫਿਜ਼ੀਓਥੈਰੇਪਿਸਟ ਆਏ ਨੇ। ਮੇਰਾ ਨਾਮ ਡਾਕਟਰ ਅਦਿੱਤਿਆ ਹੈ, ਮੈਂ ਆਕਾਸ਼ਦੀਪ ਹਸਪੀਟਲ ਦੇ ਵਿੱਚ ਹੈੱਡ ਆਫ ਦਾ ਡਿਪਾਰਟਮੈਂਟ ਫਿਜ਼ੀਓਥੈਰੇਪਿਸਟ ਹਾਂ ਐਂਡ ਇੰਡੀਅਨ ਐਸੋਸੀਏਸ਼ਨ ਆਫ ਫਿਜ਼ੀਓਥੈਰੇਪੀ ਪੰਜਾਬ ਬ੍ਰਾਂਚ ਦੇ ਵਿੱਚ ਗ੍ਰੀਵੈਂਸਿਸ ਰੈਡਰੈਸਲ ਦਾ ਕੋ ਚੇਅਰਪਰਸਨ ਵੀ ਹੈ। ਸੋ ਬੀਇੰਗ ਐਨ ਫਿਜ਼ੀਓਥੈਰੇਪਿਸਟ ਅਸੀਂ ਇੱਕ ਮੁਹਿੰਮ ਵੀ ਸ਼ੁਰੂ ਕੀਤੀ ਹੈ ਕਿ ਇਟਸ ਅਵੇਅਰਨੈਸ ਅਬਾਊਟ ਫਿਜ਼ੀਓਥੈਰੇਪੀ, ਸੋ ਲੋਕਾਂ ਦੇ ਵਿੱਚ ਜਾਗਰੂਕਤਾ ਆਏ ਹੋਏ, ਇਸ ਲਈ ਅਸੀਂ ਫਿਜ਼ੀਓਥੈਰੇਪੀ ਡੇ ਵੀ ਅੱਜ ਸੈਲੀਬ੍ਰੇਟ ਕਰ ਰਹੇ ਹਾਂ। ਸੈਕਿੰਡ, ਪਿੱਛੇ ਜਿਵੇਂ ਦੇਖਿਆ ਗਿਆ ਕੋਵਿਡ ਦਾ ਦੌਰ ਰਿਹਾ ਸੀ ਅਤੇ ਕਾਫੀ ਜ਼ਿਆਦਾ ਪ੍ਰੋਬਲਮਸ ਲੋਕਾਂ ਨੂੰ ਫੇਸ ਕਰਨੀਆਂ ਪਈਆਂ ਸੀ ਰਿਗਾਰਡਿੰਗ ਦੇਅਰ ਚੈਸਟ ਕੰਪਲੀਕੇਸ਼ਨਸ, ਰਿਗਾਰਡਿੰਗ ਦੇਅਰ ਜੋ ਕਈ ਪੈਰਾਲਿਟਿਕ ਹੋ ਗਏ, ਕਈਆਂ ਨੂੰ ਸਟ੍ਰੋਕ ਹੋ ਗਿਆ, ਉਹਦੇ ਵਿੱਚ ਫਿਜ਼ੀਓਥੈਰੇਪੀ ਦਾ ਬੜਾ ਵੱਡਾ ਰੋਲ ਸੀ। ਅਸੀਂ ਇੱਕ ਫਿਜ਼ੀਓਥੈਰੇਪਿਸਟ ਸੀ ਜਿਹੜਾ ਪੇਸ਼ੈਂਟ ਦੇ ਕਲੋਜ਼ ਹੋ ਕੇ ਕੰਮ ਕਰਦਾ ਸੀ, ਕਿਉਂਕਿ ਈਵਨ ਫਿਜ਼ੀਸ਼ੀਅਨ ਜਾਂ ਦੂਸਰੇ ਜਿਹੜੇ ਪੇਸ਼ੈਂਟ ਨੂੰ ਦੇਖਦੇ ਸੀ ਡਾਕਟਰ, ਦੇ ਯੂਜ਼ ਸਕਰੀਨਸ ਟੂ ਅਬਜ਼ਰਵ ਦਾ ਪੇਸ਼ੈਂਟ ਐਂਡ ਅਸੀਂ ਆਪਣੇ ਆਪ ਨੂੰ ਮੁਸ਼ਕਿਲ ਦੇ ਵਿੱਚ ਰੱਖ ਕੇ ਉਹ ਪੇਸ਼ੈਂਟਸ ਨੂੰ ਆਪਣੇ ਰਿਸਕ ਦੇ ਉੱਤੇ ਉਹਨਾਂ ਨੂੰ ਚੈਸਟ ਫਿਜ਼ੀਓਥੈਰੇਪੀ ਦਿੰਦੇ ਰਹੇ ਅਤੇ ਉਹਨਾਂ ਨੂੰ ਉੱਥੋਂ ਉਭਾਰਿਆ ਵੀ ਹੈ, ਪੇਸ਼ੈਂਟਸ ਨੂੰ ਠੀਕ ਵੀ ਕੀਤਾ। ਸੋ ਇਹ ਕੋਵਿਡ ਦੇ ਵਿੱਚ ਬੜਾ ਵੱਡਾ ਸਾਡਾ ਇੱਕ ਰੋਲ ਵੀ ਹੈਗਾ। ਅੱਜ ਦੇ ਚੀਫ ਗੈਸਟ ਕੌਣ ਸੀ? ਅੱਜ ਡਾਕਟਰ ਚਰਨਜੀਤ ਸਿੰਘ ਆਏ ਸੀ ਸਾਡੇ ਕੋਲ। ਜਿਸ ਤਰ੍ਹਾਂ ਕਿ ਛੋਟੇ ਬੱਚਿਆਂ ਨੂੰ ਵੀ ਕਈ ਵਾਰ ਫਿਜ਼ੀਓਥੈਰੇਪੀ ਦੀ ਲੋੜ ਪੈ ਰਹੀ ਹੈ, ਮਤਲਬ ਇੰਨੀ ਛੋਟੀ ਉਮਰ ਦੇ, ਉਸ ਬਾਰੇ ਕੀ? ਫਿਜ਼ੀਓਥੈਰੇਪੀ ਹਰ ਸਟੇਜ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਵੱਡਿਆਂ ਨੂੰ ਸਾਰਿਆਂ ਨੂੰ ਹੀ ਜਿਹੜੀ ਜ਼ਰੂਰਤ ਪੈ ਸਕਦੀ ਹੈ। ਇਹ ਕੋਈ ਪਰਟੀਕੂਲਰ ਨਹੀਂ ਵੀ ਕਿਸੇ ਕੇਸ ਲਈ ਹੈ ਜਾਂ ਕਿਸੇ ਲਈ ਹੈ, ਤਕਰੀਬਨ ਹਰ ਫੀਲਡ ਵਿੱਚ ਹੀ ਹੁਣ ਫਿਜ਼ੀਓਥੈਰੇਪੀ ਦੀ ਲੋੜ ਹੈ। ਜਿਵੇਂ CP ਚਾਈਲਡਸ ਬੱਚੇ, ਜਿਵੇਂ ਤੁਸੀਂ ਗੱਲ ਕੀਤੀ ਹੈ, ਕੋਈ CP ਕੇਸਿਸ ਜਾਂ ਅਬਨੋਰਮਲ ਡਿਲੀਵਰੀਜ਼ ਕਈ ਵਾਰੀ ਹੋ ਜਾਂਦੀਆਂ, ਦਿਮਾਗੀ ਤੌਰ 'ਤੇ ਜਿਹੜੇ ਬੱਚੇ ਕਮਜ਼ੋਰ ਹੋ ਜਾਂਦੇ ਨੇ, ਉਹਨਾਂ ਨੂੰ ਫਿਜ਼ੀਓਥੈਰੇਪੀ ਦੇ ਨਾਲ ਅਸੀਂ ਚੱਲਣਯੋਗ ਬਣਾ ਦਿੰਦੇ ਹਾਂ। ਇਟਸ ਅ ਲੌਂਗ ਪ੍ਰੋਸੈਸ, ਥੋੜ੍ਹਾ ਟਾਈਮ ਜ਼ਰੂਰ ਲੱਗਦਾ, ਪਰ ਉਹ ਬੱਚੇ ਆਪਣੇ ਕਾਬਿਲ ਹੋ ਜਾਂਦੇ ਨੇ, ਆਪਣੇ ਆਪ 'ਤੇ ਹੋ ਜਾਂਦੇ ਨੇ। ਡਾਕਟਰ ਸਾਹਿਬ, ਕੋਵਿਡ ਦੇ ਚੱਲਦਿਆਂ ਕੋਈ ਪੇਸ਼ੈਂਟ ਤੁਹਾਡੇ ਕੋਲ ਇਹੋ ਜਿਹੇ ਆਏ ਆ ਜਿਹਦੇ ਠੀਕ ਕੀਤੇ ਹੋਣ ਫਿਜ਼ੀਓਥੈਰੇਪੀ ਨਾਲ? ਹਾਂ, ਸਾਡੇ ਕੋਲ ਸਟ੍ਰੋਕ ਪੇਸ਼ੈਂਟਸ ਵੀ ਆਏ ਨੇ ਕੋਵਿਡ ਦੇ ਦੌਰਾਨ, ਪੋਸਟ ਕੋਵਿਡ ਜਿਹਨਾਂ ਨੂੰ ਸਟ੍ਰੋਕ ਹੋਇਆ, ਉਹਨਾਂ ਨੂੰ ਅਸੀਂ ਆਪਣੀ ਫਿਜ਼ੀਓਥੈਰੇਪੀ ਰੀਹੈਬਲੀਟੇਸ਼ਨ ਦੇ ਨਾਲ, ਆਪਣੀ ਫਿਜ਼ੀਓਥੈਰੇਪੀ ਟੈਕਨੀਕਸ ਦੇ ਨਾਲ ਠੀਕ ਕੀਤਾ ਅਤੇ ਬਹੁਤ ਅੱਛੇ ਰਿਸਪੌਂਸ ਆਏ ਨੇ। ਫਿਜ਼ੀਓਥੈਰੇਪਿਸਟ ਦੇ ਆ ਅਤੇ ਜਨਤਾ ਨੂੰ ਕੀ ਅਪੀਲ ਕਰਨਾ ਚਾਹੁੰਦੇ? ਮੈਂ ਜਨਤਾ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਫਿਜ਼ੀਓਥੈਰੇਪਿਸਟ ਜਿਹੜੇ ਨੇ ਇੱਕ ਸਾਡਾ ਮੈਡੀਕਲ ਪ੍ਰੋਫੈਸ਼ਨ ਦਾ ਇੱਕ ਅਟੁੱਟ ਹਿੱਸਾ ਹੈ। ਬਿਨਾਂ ਮੈਡੀਕਲ ਪ੍ਰੋਫੈਸ਼ਨ ਇਸ ਤੋਂ ਬਿਨਾਂ ਅਧੂਰਾ ਹੈ। ਸੋ ਇੱਕ ਰਿਕੁਐਸਟ ਹੈ ਮੇਰੀ ਕਿ ਕੁਐਕਸ ਕੋਲ ਨਹੀਂ ਜਾਣਾ, ਤੁਸੀਂ ਜਿਹੜੇ ਕੁਐਕਸ ਉਹਨਾਂ ਕੋਲ ਨਹੀਂ ਜਾਣਾ, ਇੱਕ ਕੁਆਲੀਫਾਈਡ ਫਿਜ਼ੀਓਥੈਰੇਪਿਸਟ ਤੋਂ ਹੀ ਆਪਣਾ ਇਲਾਜ ਕਰਾਉਣਾ ਹੈ। ਇਹ ਮੇਰਾ ਉਹਨਾਂ ਨੂੰ ਜਿਹੜੇ ਫਿਜ਼ੀਓਥੈਰੇਪਿਸਟ ਆ, ਜਿਸ ਤਰ੍ਹਾਂ ਕੋਈ ਲੋਕ ਆਪਰੇਸ਼ਨ ਕਰਦੇ ਆ, ਪਰ ਫਿਜ਼ੀਓਥੈਰੇਪਿਸਟ ਪੇਸ਼ੈਂਟ ਤੋਂ ਬਿਨਾਂ ਹੀ ਠੀਕ ਕਰ ਦਿੰਦੇ, ਕੀ ਕਹਿਣਾ ਚਾਹੋਗੇ? ਹਾਂ, ਕਈ ਕੇਸਿਸ ਐਸੇ ਨੇ ਜਿਵੇਂ ਡਿਸਕ ਪ੍ਰੋਲੈਪਸ ਕੇਸਿਸ ਹੈ, ਕੋਈ ਨਿਊਰੋਲੋਜੀਕਲ ਕੇਸਿਸ ਐਸੇ ਹੈਗੇ ਨੇ ਜਿਹਦੇ ਵਿੱਚ ਸਰਜਰੀ ਦੀ ਕਈ ਵਾਰੀ ਕਹਿ ਦਿੰਦੇ ਨੇ ਵੀ ਹੀ ਨੀਡ ਸਰਜਰੀ ਜਾਂ ਦੇ ਨੀਡ ਸਰਜਰੀ। ਹਾਂ, ਅੱਜ ਕੱਲ੍ਹ ਫਿਜ਼ੀਓਥੈਰੇਪੀ ਦੇ ਵਿੱਚ ਕਾਰਗਰ ਟੈਕਨੀਕਸ ਨੇ, ਜਿਵੇਂ ਸਾਡੀ ਕੁਝ ਥੈਰੇਪੀਸ ਨੇ, ਲੇਜ਼ਰ ਥੈਰੇਪੀ, ਸਾਡੀ ਮੈਨੂਅਲ ਥੈਰੇਪੀ, ਮੋਬਿਲਾਈਜੇਸ਼ਨ ਵਗੈਰਾ, ਉਹਦੇ ਨਾਲ ਅਸੀਂ ਪੇਸ਼ੈਂਟ ਨੂੰ ਰਿਕਵਰੀ ਕਰਕੇ ਉਹਨੂੰ ਸਰਜਰੀ ਤੋਂ ਬਚਾ ਸਕਦੇ ਹਾਂ। ਸਰ ਆਪਣਾ ਨਾਮ ਲੈ ਕੇ ਜਿਹੜਾ ਅੱਜ ਫਿਜ਼ੀਓਥੈਰੇਪੀ ਡੇ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਡਾਕਟਰ ਹਰਪ੍ਰੀਤ ਪਾਵਾ, ਮੈਂ ਜਨਰਲ ਸੈਕਟਰੀ ਹਾਂ ਪੰਜਾਬ ਚੈਪਟਰ IAB ਦੇ ਵਿੱਚ। ਔਰ ਅੱਜ ਦਾ ਅਸੀਂ ਜਿਹੜਾ ਇਹ ਸੈਲੀਬ੍ਰੇਸ਼ਨ ਹੈ, ਇਹ ਵਰਲਡ ਫਿਜ਼ੀਓਥੈਰੇਪੀ ਡੇ ਸੈਲੀਬ੍ਰੇਸ਼ਨ ਹੈ, ਜਿਹੜਾ ਕਿ ਹਰ ਸਾਲ 8 ਸਤੰਬਰ ਨੂੰ ਹੁੰਦਾ। ਇਹ ਵਰਲਡ ਫਿਜ਼ੀਓਥੈਰੇਪੀ ਜਿਹੜਾ ਬੇਸਿਕਲੀ ਇਹਦੀ ਇਨਵੈਂਸ਼ਨ ਜਿਹੜੀ 1813 ਦੇ ਵਿੱਚ ਜਿਹੜੀ ਹੈ ਹੈਨਰਿਕ ਲਿੰਗ ਜਿਹੜੇ ਨੇ ਸਾਇੰਟਿਸਟ, ਜਿਹੜੇ ਨੇ ਸਵੀਡਿਸ਼ ਸਾਇੰਟਿਸਟ ਹੈ, ਉਹਨਾਂ ਨੇ ਕੀਤੀ ਸੀਗੀ। ਸੋ ਅੱਜ ਦੀ ਡੇਟ 'ਚ ਫਿਜ਼ੀਓਥੈਰੇਪੀ ਬਹੁਤ ਇੱਕ ਫਾਸਟ ਫੀਲਡ ਹੈ, ਬੜੀ ਨੋਬਲ ਪ੍ਰੋਫੈਸ਼ਨ ਹੈ, ਜਿਹਦੇ ਵਿੱਚ ਅਸੀਂ ਪੇਸ਼ੈਂਟ ਨੂੰ ਅਸੈਸਮੈਂਟ ਤੋਂ ਲੈ ਕੇ ਪ੍ਰੋਪਰ ਡਾਇਗਨੋਸ ਤੋਂ ਲੈ ਕੇ ਉਹਦਾ ਟ੍ਰੀਟਮੈਂਟ ਪ੍ਰੋਵਾਈਡ ਕਰਦੇ ਹਾਂ। ਹਰ ਅਲੱਗ-ਅਲੱਗ ਫੀਲਡ ਦੀਆਂ ਅਲੱਗ-ਅਲੱਗ ਬਿਮਾਰੀਆਂ ਦਾ ਟ੍ਰੀਟਮੈਂਟ ਹੈਗਾ। ਔਰ ਇਹਦੇ ਵਿੱਚ ਜਿਹੜੀ ਹੈ ਫਿਜ਼ੀਓਥੈਰੇਪੀ ਹੈ, ਇਹ ਬੇਸਿਕਲੀ 4.5 ਈਅਰ ਦਾ ਬੈਚਲਰ ਆਫ ਫਿਜ਼ੀਓਥੈਰੇਪੀ ਕੋਰਸ ਹੈ। ਔਰ ਉਸ ਤੋਂ ਬਾਅਦ
ਜਿਹੜਾ ਆਫਟਰ ਗ੍ਰੈਜੂਏਸ਼ਨ ਫਿਰ ਮਾਸਟਰ ਡਿਗਰੀ ਹੈ ਜਿਹੜੀ ਕਿ ਅਲੱਗ-ਅਲੱਗ ਐਕਸਟਰੀਮ 'ਚ ਹੁੰਦੀ ਹੈ, ਜਿਵੇਂ ਆਰਥੋ ਹੈ, ਨਿਊਰੋ ਹੈ, ਕਾਰਡੀਓ ਹੈ, ਸਪੋਰਟਸ ਹੈ, ਪੀਡੀਆਟ੍ਰਿਕ ਹੈ। ਇਸੇ ਤਰ੍ਹਾਂ ਹੀ ਮੇਰੀ ਸਪੈਸ਼ਲਾਈਜੇਸ਼ਨ ਜਿਹੜੀ ਹੈ ਬੈਚਲਰ ਆਫ ਫਿਜ਼ੀਓਥੈਰੇਪੀ ਹੈ ਔਰ ਮਾਸਟਰ ਆਫ ਫਿਜ਼ੀਓਥੈਰੇਪੀ ਨਿਊਰੋਲੋਜੀਕਲ ਡਿਸਆਰਡਰ ਹੈ। ਸੋ ਜਿਹੜੇ ਵੀ ਮੈਂ ਕਿਹਾ ਵੀ ਅਵੇਅਰਨੈਸ ਦੇਣਾ ਚਾਹੁੰਦਾ ਪਬਲਿਕ ਨੂੰ, ਕਿਸੇ ਦਾ ਵੀ ਇੰਟਰਸਟ ਅਗਰ ਫਿਜ਼ੀਓਥੈਰੇਪੀ ਕਰਨ 'ਚ ਹੈਗਾ, ਪਹਿਲਾਂ ਉਹਨੂੰ +2 ਮੈਡੀਕਲ ਕਰਨੀ ਪੈਣੀ ਹੈ। ਮੈਡੀਕਲ ਫੀਲਡ ਦੇ ਵਿੱਚ ਇੱਕ ਨਾਨ ਮੈਡੀਕਲ ਅਤੇ ਇੱਕ ਮੈਡੀਕਲ ਹੁੰਦਾ, ਉਹਨੂੰ ਮੈਡੀਕਲ ਰੱਖ ਕੇ ਪਹਿਲਾਂ ਉਹਨੂੰ ਮਿਨੀਮਮ 50% ਪਾਸਿੰਗ ਮਾਰਕਸ ਲੈ ਕੇ ਫਿਰ ਉਸ ਤੋਂ ਬਾਅਦ ਉਹਨੂੰ ਐਗਜ਼ਾਮ ਲਈ ਪ੍ਰਪੇਅਰ ਕਰਨਾ ਪੈਣਾ। ਉਹ ਐਗਜ਼ਾਮ ਜਿਹੜਾ ਬੈਚਲਰ ਆਫ ਫਿਜ਼ੀਓਥੈਰੇਪੀ ਲਈ ਕਰਕੇ ਫਿਰ ਉਸ ਤੋਂ ਬਾਅਦ ਮਾਸਟਰਸ ਲਈ ਆਪਾਂ ਪਰਸਿਊ ਕਰਨਾ। ਮੈਂ ਤਾਂ ਪਹਿਲਾਂ ਸਾਰੇ ਆਪਣੇ ਫਿਜ਼ੀਓ ਫਰੈਂਡਸ ਨੂੰ, ਮੈਂਟਰਸ ਨੂੰ, ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਅੱਜ ਦਾ ਦਿਨ ਸਾਡੀ ਬਹੁਤ ਲੱਕੀ ਹੈ ਕਿ ਵੀ ਆਰ ਅ ਫਿਜ਼ੀਓਥੈਰੇਪਿਸਟ। ਸੋ ਫਿਜ਼ੀਓਥੈਰੇਪੀ ਬੇਸਿਕਲੀ ਪਬਲਿਕ ਨੂੰ ਇਹ ਅਵੇਅਰ ਕਰਨਾ ਚਾਹੁੰਦਾ ਕਿ ਅਗਰ ਤੁਸੀਂ ਕਿਸੇ ਕੋਲ ਵੀ ਫਿਜ਼ੀਓਥੈਰੇਪੀ ਕਰਾ ਰਹੇ ਹੋ, ਤੁਹਾਨੂੰ ਕਿਸੇ ਵੀ ਬਿਮਾਰੀ ਨਾਲ ਸਫਰ ਕਰ ਰਹੇ ਹੋ, ਤੁਹਾਨੂੰ ਕੋਈ ਵੀ ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਜਿਹੜੇ ਫਿਜ਼ੀਓਥੈਰੇਪੀ ਕੋ ਟ੍ਰੀਟਮੈਂਟ ਕਰਾ ਰਹੇ ਹੋ ਉਹ ਕੁਆਲੀਫਾਈਡ ਹੈ ਜਾਂ ਨਹੀਂ ਹੈ। ਉਹ ਤੁਸੀਂ ਪਹਿਲਾਂ ਉਹਦੀ ਕੁਆਲੀਫਿਕੇਸ਼ਨ ਪੁੱਛ ਸਕਦੇ ਹੋ ਕਿੱਥੋਂ ਕੀਤੀ ਹੈ। ਅਗਰ ਤੁਹਾਨੂੰ ਕਿਸੇ ਵੀ ਇੱਕ ਪਰਸਨ ਲੱਗਦਾ ਕਿ ਉਹ ਤੁਹਾਨੂੰ ਕੁਆਲੀਫਾਈਡ ਨਹੀਂ ਲੱਗ ਰਿਹਾ, ਉਹ ਤੁਹਾਨੂੰ ਰੋਂਗ ਗਾਈਡ ਕਰ ਰਿਹਾ, ਤਾਂ ਤੁਸੀਂ ਸਾਡੇ ਜਿਹੜੇ ਕੰਟੈਕਟ ਨੰਬਰ ਹੈਗੇ ਆ, ਤੁਸੀਂ ਸਾਡੇ IAP ਦੀ ਵੈਬਸਾਈਟ ਹੈਗੀ ਆ, ਗੂਗਲ 'ਤੇ ਜਾ ਕੇ ਤੁਸੀਂ YouTube 'ਤੇ ਜਾ ਕੇ ਤੁਸੀਂ ਸਾਡੇ ਨੰਬਰ ਸਰਚ ਕਰ ਸਕਦੇ ਹੋ, ਉਹ ਸਾਨੂੰ ਡਾਇਰੈਕਟ ਕੰਟੈਕਟ ਕਰ ਸਕਦੇ ਹੋ। ਜਿਵੇਂ ਕਿ ਡਾਕਟਰ ਸਿਵਲ ਸਰਜਨ ਜਿਹੜੇ ਚਰਨਜੀਤ ਸਿੰਘ ਇਹਨਾਂ ਨੇ ਵੀ ਕਿਹਾ ਕਿ ਅਸੀਂ ਸਟ੍ਰਿਕਟ ਐਕਸ਼ਨ ਲੈ ਰਹੇ ਹਾਂ, ਅਸੀਂ ਉਹਦੇ ਲਈ ਡੈਫੀਨੇਟਲੀ ਕੋਈ ਨਾ ਕੋਈ ਸਟ੍ਰਿਕਟ ਐਕਸ਼ਨ ਲਵਾਂਗੇ। ਠੀਕ ਹੈ ਜੀ। ਦੀਪ ਕੌਰ ਔਲਖ, ਮੈਂ ਲਾਈਫ ਕੇਅਰ ਹਸਪੀਟਲ ਵਿੱਚ ਜੌਬ ਕਰਦੀ ਐਜ਼ ਐ HOD। ਠੀਕ ਹੈ, ਅੱਜ ਅਸੀਂ ਇੱਥੇ ਸਾਰੇ ਵਰਲਡ ਫਿਜ਼ੀਓਥੈਰੇਪੀ ਡੇ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਔਰ ਇਹਦੇ ਵਿੱਚ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਤੁਸੀਂ ਦੇਖਿਆ ਸੀ ਕਿ ਲਾਸਟ ਕੋਵਿਡ ਦਾ ਟਾਈਮ ਸੀ, ਬੜਾ ਹਾਰਡ ਟਾਈਮ ਸੀ। ਠੀਕ ਹੈ, ਉਹਦੇ ਵਿੱਚ ਫਿਜ਼ੀਓਥੈਰੇਪੀ ਦੀ ਇੱਕ ਬਹੁਤ ਜ਼ਿਆਦਾ ਇੰਪੋਰਟੈਂਸ ਸੀ। ਜਿੱਦਾਂ ਜਿਵੇਂ ICU ਵਿੱਚ ਪੇਸ਼ੈਂਟ ਸੀ ਜਿਹਦੀ ਸੈਚੂਰੇਸ਼ਨ ਵਗੈਰਾ ਲੋ ਸੀ, ਉਹਦੇ ਵਿੱਚ ਆਪਾਂ ਫਿਜ਼ੀਓਥੈਰੇਪੀ ਦੇ ਥਰੂ, ਆਪਣੀਆਂ ਐਕਸਰਸਾਈਜ਼ਿਸ ਦੇ ਥਰੂ ਆਪਾਂ ਮੈਨੂਅਲੀ ਪੇਸ਼ੈਂਟ ਦੀ ਜਿਹੜੀ ਸੈਚੂਰੇਸ਼ਨ ਲੈਵਲ ਉਹ ਅਸੀਂ ਇਨਕਰੀਜ਼ ਕੀਤਾ ਸੀ। ਠੀਕ ਹੈ, ਫਿਜ਼ੀਓਥੈਰੇਪੀ ਦਾ ਹੋਰ ਵੀ ਬਾਕੀ ਜਿਸ ਤਰ੍ਹਾਂ ਆਰਥੋ ਵਿੱਚ, ਨਿਊਰੋ ਦੇ ਵਿੱਚ ਬਹੁਤ ਵੱਡਾ ਰੋਲ ਆ। ਆਰਥੋ ਦੇ ਵਿੱਚ ਜਿਸ ਤਰ੍ਹਾਂ ਆਪਣੇ ਕਿ ਤੁਸੀਂ ਦੇਖੇ ਗੋਡੇ ਬਦਲੇ ਜਾਂਦੇ ਆ, ਚੂਲੇ ਬਦਲੇ ਜਾਂਦੇ ਆ। ਠੀਕ ਹੈ, ਡਿਸਕ ਦੀ ਪ੍ਰੋਬਲਮ ਹੋ ਗਈ, ਗੋਡਿਆਂ ਦੀ ਪ੍ਰੋਬਲਮ ਹੋ ਗਈ, ਫ੍ਰੈਕਚਰ ਕੇਸਿਸ ਹੁੰਦੇ ਆ, ਉਹਦੇ ਵਿੱਚ ਵੀ ਫਿਜ਼ੀਓਥੈਰੇਪੀ ਦਾ ਬਹੁਤ ਵੱਡਾ ਰੋਲ ਆ। ਕਿਉਂਕਿ ਜਦੋਂ ਆਪਾਂ ਦੇਖੀਏ ਜਦੋਂ ਕੋਈ ਫ੍ਰੈਕਚਰ ਹੁੰਦਾ ਆ ਉਸ ਤੋਂ ਬਾਅਦ ਮੋਸਟਲੀ ਹਰ ਜੁਆਇੰਟ ਵਿੱਚ ਸਟਿਫਨੈਸ ਜਿਹੜੀ ਆ ਆਉਂਦੀ ਆ। ਠੀਕ ਹੈ, ਇਹ ਫਿਜ਼ੀਓਥੈਰੇਪੀ ਦੇ ਰਾਹੀਂ ਅਸੀਂ ਉਸ ਸਟਿਫਨੈਸ ਨੂੰ ਦੂਰ ਕਰਦੇ ਹਾਂ, ਜਿਹੜੀ ਪੇਸ਼ੈਂਟ ਦੀ ਰੇਂਜ ਹੈ ਉਹ ਪ੍ਰੋਪਰ ਅਸੀਂ ਲੈ ਕੇ ਆਉਂਦੇ ਹਾਂ। ਹੁਣ ਜਿਸ ਤਰ੍ਹਾਂ ਤੁਸੀਂ ਨਿਊਰੋ ਕੇਸਿਸ ਲਗਾ ਲਓ, ਉਹਦੇ ਵਿੱਚ ਪੈਰਾਲਾਈਸਿਸ ਦੇ ਕੇਸਿਸ ਆਉਂਦੇ ਆ। ਠੀਕ ਹੈ, ਉਹਦੇ ਵਿੱਚ ਅਸੀਂ ਫਿਜ਼ੀਓਥੈਰੇਪੀ ਦੇ ਰਾਹੀਂ ਹੀ ਪੈਰਾਲਾਈਸਿਸ ਦੇ ਕੇਸਿਸ ਨੂੰ ਆਪਾਂ ਠੀਕ ਕਰਦੇ ਹਾਂ ਔਰ ਬੜੇ ਘੱਟ ਟਾਈਮ ਵਿੱਚ ਠੀਕ ਕਰਦੇ ਹਾਂ। ਔਰ ਜਿਹੜਾ ਫਿਜ਼ੀਓਥੈਰੇਪੀ ਹੈ ਇਹ ਬੜਾ ਹੀ ਚੀਪ ਟ੍ਰੀਟਮੈਂਟ ਆ। ਠੀਕ ਹੈ, ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਬਾਕੀ ਜਿਹੜੇ ਟ੍ਰੀਟਮੈਂਟ ਬਹੁਤ ਐਕਸਪੈਂਸਿਵ ਹੁੰਦੇ ਆ, ਇਹ ਬਹੁਤ ਤੁਸੀਂ ਘੱਟ ਪੈਸਿਆਂ ਦੇ ਵਿੱਚ ਬੜਾ ਚੀਪ ਵੇ ਦੇ ਨਾਲ ਤੁਸੀਂ ਆਪਣੇ ਟ੍ਰੀਟਮੈਂਟ ਜਿਹੜਾ ਉਹ ਲੈ ਸਕਦੇ ਹੋ। ਠੀਕ ਹੈ, ਔਰ ਸਭ ਤੋਂ ਮੇਨ ਗੱਲ ਇਹਦੇ ਵਿੱਚ ਕਿ ਇਹਦੇ ਵਿੱਚ ਕੋਈ ਸਾਈਡ ਇਫੈਕਟਸ ਨਹੀਂ ਹੁੰਦੇ। ਅਗਰ ਜਿਹੜਾ ਇੱਕ ਫਿਜ਼ੀਓਥੈਰੇਪਿਸਟ ਪ੍ਰੋਪਰ ਵੇ ਦੇ ਨਾਲ ਫਿਜ਼ੀਓਥੈਰੇਪੀ ਦਿੰਦਾ ਆ, ਪ੍ਰੋਪਰ ਟ੍ਰੀਟਮੈਂਟ ਦਿੰਦਾ ਆ, ਠੀਕ ਹੈ, ਔਰ ਉਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਕਿਉਂਕਿ ਆਪਾਂ ਐਕਸਰਸਾਈਜ਼ਿਸ ਦੇ ਰਾਹੀਂ ਜਾਂ ਅਸੀਂ ਮਸ਼ੀਨਸ ਦੇ ਰਾਹੀਂ ਪੇਸ਼ੈਂਟਸ ਨੂੰ ਠੀਕ ਕਰਦੇ ਹਾਂ। ਓਕੇ ਸਰ, ਆਪਣਾ ਨਾਮ ਲੈ ਕੇ ਫਿਜ਼ੀਓਥੈਰੇਪੀ ਡੇ ਹੈ, ਕੀ ਕਹਿਣਾ ਚਾਹੋਗੇ? ਫਸਟ ਆਫ ਆਲ ਮੈਂ ਸਾਰਿਆਂ ਨੂੰ ਵਰਲਡ ਫਿਜ਼ੀਓਥੈਰੇਪੀ ਡੇ 'ਤੇ ਕੰਗ੍ਰੈਚੁਲੇਟ ਕਰੂੰਗਾ। ਠੀਕ ਹੈ, ਮਾਈਸੈਲਫ ਡਾਕਟਰ ਅਰਵਿੰਦਰਪਾਲ ਸਿੰਘ, ਆਈ ਐਮ ਫਾਰਮਰ ਫਿਜ਼ੀਓਥੈਰੇਪਿਸਟ ਫॉर ਇੰਡੀਅਨ ਰੈਸਲਿੰਗ ਟੀਮ with the team since 2009 to 14, and I was with the team in London Olympics and I was personal physio with Sushil Kumar, two-time Olympic medalist and world championship. ਸਰ, ਗੇਮ ਨੂੰ ਲੈ ਕੇ ਹੁੰਦਾ ਕਿ ਕਈ ਲੋਕ ਇਹੋ ਜਿਹੇ ਹੁੰਦੇ ਜਿੱਦਾਂ ਫਿਜ਼ੀਓਥੈਰੇਪੀ ਨਾਲ ਵੀ ਗੇਮ ਦੀ ਜ਼ਰੂਰਤ ਹੁੰਦੀ ਹੈ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਫਿਜ਼ੀਓਥੈਰੇਪੀ ਫॉर ਸਪੋਰਟਸ ਪਰਸਨ ਬਹੁਤ ਜ਼ਰੂਰੀ ਹੈ ਕਿਉਂਕਿ ਜਿਸ ਲੈਵਲ 'ਤੇ ਜੇ ਅਸੀਂ ਗੱਲ ਕਰੀਏ ਕਿ ਮੈਂ ਇੰਡੀਆ ਲੈਵਲ 'ਤੇ ਜਾਂ ਇੰਟਰਨੈਸ਼ਨਲ ਲੈਵਲ 'ਤੇ ਗੱਲ ਕਰ ਰਹੇ, ਇੱਕ ਉਸ ਲੈਵਲ ਦੇ ਜਿਹੜੇ ਸਪੋਰਟਸ ਪਰਸਨ ਨੇ ਉਹਨਾਂ ਦਾ ਬਹੁਤ ਸਾਨੂੰ ਇੱਕ ਧਿਆਨ ਰੱਖਣਾ ਪੈਂਦਾ ਹੈ ਕਿਉਂਕਿ ਇੰਜਰੀ ਹੋਣ ਤੋਂ ਪਹਿਲਾਂ ਸਾਨੂੰ ਉਹਨਾਂ ਨੂੰ ਬਚਾਉਣਾ ਪੈਂਦਾ ਹੈ ਕਿ ਇੰਜਰੀ ਨਾ ਹੋਏ। ਕਿਉਂਕਿ ਆਈ ਵਾਜ਼ ਵਿਦ ਦਾ ਰੈਸਲਿੰਗ, ਦੈਟਸ ਅ ਕੰਬੈਟ ਸਪੋਰਟ। ਠੀਕ ਹੈ, ਉਹਦੇ ਵਿੱਚ ਇੰਜਰੀ ਬਹੁਤ ਜ਼ਿਆਦਾ ਹੁੰਦੀ ਹੈ। ਸਾਡਾ ਮੇਨ ਚੈਲੰਜ ਉਹਦੇ ਵਿੱਚ ਇਹ ਹੀ ਹੁੰਦਾ ਹੈ ਕਿ ਇੰਜਰੀ ਜੇ ਹੋ ਗਈ ਹੈ ਅਤੇ ਇਹਨਾਂ ਦੀ ਇੱਕ ਫਿਜ਼ੀਕਲ ਫਿਟਨੈਸ ਕਿਸ ਤਰ੍ਹਾਂ ਮੇਨਟੇਨ ਰੱਖਣੀ ਹੈ ਸੋ ਦੈਟ ਦੇ ਕੈਨ ਅਚੀਵ ਦੇਅਰ ਪਰਫੋਰਮੈਂਸ ਅਗੇਨ। ਠੀਕ ਹੈ, ਅਤੇ ਉਹ ਜਿਹੜੀ ਇੰਜਰੀ ਹੋਈ ਹੈ ਅਤੇ ਉਹਨੂੰ ਕਿੰਨੀ ਜਲਦੀ ਅਤੇ ਕਿੱਦਾਂ ਠੀਕ ਕਰਨਾ ਹੈ। ਠੀਕ ਹੈ ਸਰ, ਐਸੋਸੀਏਸ਼ਨ ਵੱਲੋਂ ਵੀ ਅੱਜ ਫਿਜ਼ੀਓਥੈਰੇਪੀ ਡੇ ਮਨਾਇਆ ਜਾ ਰਿਹਾ, ਕੀ ਕਹਿਣਾ ਚਾਹੁੰਦੇ? ਮੈਨੂੰ ਬਹੁਤ ਖੁਸ਼ੀ ਹੈ ਜੀ ਕਿ ਅੱਜ ਸਾਰੇ ਫਿਜ਼ੀਓਥੈਰੇਪਿਸਟ ਜਿੰਨੇ ਵੀ ਆ ਸਾਡੇ, ਮੇਰੇ ਜੂਨੀਅਰ ਵੀ ਨੇ ਇੱਥੇ, ਮੇਰੇ ਸੀਨੀਅਰ ਵੀ ਨੇ, ਮੇਰੇ ਕੋਲੀਗਸ ਵੀ ਨੇ, ਸਿਵਲ ਸਰਜਨ ਸਰ ਆਏ ਨੇ। ਦੇਖੋ,
ਤੇ ਕਾਫੀ ਖੁਸ਼ੀ ਵਾਲੀ ਗੱਲ ਆ ਕਿ ਸਾਰੇ ਇਕੱਠੇ ਹੋਏ ਨੇ ਐਂਡ ਐਵਰੀਵਨ ਇਜ਼ ਡੂਇੰਗ ਗੁੱਡ। ਹੁਣ ਫਿਜ਼ੀਓਥੈਰੇਪੀ ਫੀਲਡ ਜਦੋਂ ਅਸੀਂ ਸਟਾਰਟ ਕੀਤੀ ਸੀ ਉਦੋਂ ਕਿਸੇ ਨੂੰ ਪਤਾ ਨਹੀਂ ਸੀ, ਜਦੋਂ ਸਟੱਡੀ ਸਟਾਰਟ ਕੀਤੀ ਸੀ। ਹੁਣ ਅੱਜ ਦੇ ਦਿਨ ਵਿੱਚ ਫਿਜ਼ੀਓਥੈਰੇਪੀ ਇੱਕ ਮੇਨ ਰੋਲ ਪਲੇ ਕਰਦਾ ਹੈ ਕੋਈ ਵੀ ਮੈਡੀਕਲ ਫੀਲਡ ਵਿੱਚ। ਇਟਸ ਅ ਪਾਰਟ ਆਫ ਮੈਡੀਕਲ ਫੀਲਡ, ਪ੍ਰੋਪਰ ਪਾਰਟ। ਕੋਈ ਵੀ ਆਰਥੋਪੈਡਿਕਸ, ਕੋਈ ਨਿਊਰੋ, ਈਵਨ ਸਪੋਰਟਸ, ਕਾਰਡੀਓ, ਜਿਸ ਤਰ੍ਹਾਂ ਅੱਗੇ ਵੀ ਸਾਰਿਆਂ ਨੇ ਦੱਸਿਆ, ਉਹ ਇਸ ਤੋਂ ਬਿਨਾਂ ਕੋਈ ਵੀ ਇੱਕ ਪ੍ਰੋਪਰ ਰਿਕਵਰੀ ਕਿਸੇ ਦੀ ਵੀ ਨਹੀਂ ਹੈਗੀ। ਸਰ ਆਪਰੇਸ਼ਨ ਤੋਂ ਬਿਨਾਂ ਵੀ ਫਿਜ਼ੀਓਥੈਰੇਪਿਸਟ ਪੇਸ਼ੈਂਟ ਨੂੰ ਠੀਕ ਕਰ ਦਿੰਦੇ ਨੇ? ਬਿਲਕੁਲ ਜੀ। ਦੇਖੋ, ਇੱਕ ਪ੍ਰੋਪਰ ਡਾਇਗਨੋਸ ਤੇ ਅਸੈਸਮੈਂਟ ਜਿਹੜੀ ਆ ਉਹ ਕਈ ਆਪਰੇਸ਼ਨਸ ਬਚਾ ਸਕਦੀ ਹੈ, ਠੀਕ ਹੈ। ਈਵਨ ਸਪੈਸ਼ਲੀ ਜੇ ਆਪਾਂ ਬੈਕ, ਨੀਜ਼ ਜਾਂ ਨੈਕ, ਕਈ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਹੈ। ਆਪਾਂ ਇੱਕੋ ਹੀ ਪ੍ਰੋਬਲਮ ਸਾਰੇ ਜਿੱਦਾਂ ਲੇਮਨ ਲੈਂਗੁਏਜ 'ਚ ਗਿਣ ਲਈਦਾ ਕਿ ਇੱਕੋ ਹੀ ਪ੍ਰੋਬਲਮ ਹੈ ਜੀ, ਸਾਰਿਆਂ ਨੂੰ ਸੇਮ ਪ੍ਰੋਬਲਮ ਹੋ ਗਈ ਹੈ, ਬਟ ਇਹ 'ਚ ਕਈ ਡਿਫਰੈਂਟ ਪ੍ਰੋਬਲਮਸ ਹੁੰਦੀਆਂ ਨੇ। ਹੁਣ ਉਹ ਕਈ ਪ੍ਰੋਬਲਮਸ ਇੱਦਾਂ ਹੈ ਕਿ ਪ੍ਰੋਪਰ ਅਸੈਸਮੈਂਟ, ਬਾਡੀ ਦੀ ਅਲਾਈਨਮੈਂਟ ਕਿਸੇ ਵੇਲੇ ਕੁਝ ਕਈ ਚੀਜ਼ਾਂ ਵਿੱਚ ਮੈਟਰ ਕਰਦੀਆਂ, ਉਹ ਥੋੜ੍ਹੀ ਜਿਹੀ ਉਹਨੂੰ ਠੀਕ ਕੀਤਾ ਜਾਏ। ਜਾਂ ਫਿਜ਼ੀਓਜ਼ ਵਰਕ ਕਰਦੇ ਆ ਜਦੋਂ ਇੱਕ ਪ੍ਰੋਪਰ ਮੋਬਿਲਾਈਜੇਸ਼ਨ ਜਾਂ ਮੈਨੀਪੂਲੇਸ਼ਨ ਥੈਰੇਪੀਜ਼ ਯੂਜ਼ ਕਰਦੇ ਆ, ਅਤੇ ਉਹਦੇ ਨਾਲ ਕੁਇਕ ਰਿਲੀਫ ਵੀ ਮਿਲਦਾ ਹੈ। ਸਰ ਫਿਜ਼ੀਓਥੈਰੇਪਿਸਟ ਡੇ ਹੈ ਤੇ ਜਨਤਾ ਨੂੰ ਕੀ ਅਪੀਲ ਕਰਨਾ ਚਾਹੁੰਦੇ? ਮੈਂ ਇਹੀ ਅਪੀਲ ਕਰਨਾ ਚਾਹਾਂਗਾ ਕਿ ਆਪਣੀ ਹੈਲਥ ਨੂੰ ਲੈ ਕੇ ਥੋੜ੍ਹੇ ਸਿੰਸੀਅਰ ਹੋ, ਬਿਕੋਜ਼ ਲਾਸਟ ਸਿੰਸ 2 years ਕੋਵਿਡ ਨੇ ਜੋ ਸਾਨੂੰ ਇੱਕ ਦਿਖਾਇਆ ਹੈ ਕਿ ਸਾਨੂੰ ਆਪਣੀ ਹੈਲਥ, ਜਿੰਨੀ ਆਪਣੀ ਹੈਲਥ ਦੀ ਕੇਅਰ ਕਰਾਂਗੇ ਓਨਾ ਹੀ ਸਾਡੇ ਲਈ ਵਧੀਆ ਹੈ, ਠੀਕ ਹੈ। ਉਹਦੇ ਵਿੱਚ ਤੁਹਾਨੂੰ ਜੇ ਕਿਸੇ ਚੰਗੇ ਮੈਡੀਕਲ ਪ੍ਰੋਫੈਸ਼ਨਲ ਦੀ ਲੋੜ ਹੈ ਤੇ ਆਪਣੇ ਤੇ ਸਾਰੇ ਅਵੇਲੇਬਲ ਨੇ। ਈਵਨ ਡਾਕਟਰਸ ਆਪਣੇ ਕੋਲ ਵਧੀਆ ਤੋਂ ਵਧੀਆ ਨੇ, ਫਿਜ਼ੀਓਜ਼ ਵਧੀਆ ਤੋਂ ਵਧੀਆ ਨੇ, ਡਾਈਟੀਸ਼ੀਅਨਸ ਵਧੀਆ ਤੋਂ ਵਧੀਆ ਨੇ, ਅਤੇ ਉਹ ਵੱਧ ਤੋਂ ਵੱਧ ਆਪਣੇ ਹੈਲਥ ਬਾਰੇ ਸੋਚੋ ਤਾਂ ਕਿ ਤੁਹਾਨੂੰ ਆਉਣ ਵਾਲੇ, ਜੇ ਹੈਲਥ ਹੈਗੀ ਆ, ਹੈਲਥ ਇਜ਼ ਵੈਲਥ ਐਵੇਂ ਨਹੀਂ ਕਿਹਾ ਗਿਆ,